ਸਤਿ ਸ੍ਰੀ ਅਕਾਲ। ਲੋਕਰਾਜ ਚੈਨਲ ਪੰਜਾਬੀ ਦੇ ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਗੱਲਬਾਤ ਕਰਾਂਗੇ ਵੱਡੀਆਂ ਖਬਰਾਂ ਤੋਂ। ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਬਹੁਤ ਲੋਕਰਾਜ ਬਹੁਤ ਚੈਨਲ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ। ਇਸ ਤਰ੍ਹਾਂ ਅਖਬਾਰਾਂ ਦੀਆਂ ਸੁਰਖੀਆਂ ਨੇ ਨੰਦੀਗ੍ਰਾਮ ਚੋਣ ਨਤੀਜਿਆਂ ਨੂੰ ਲੈ ਕੇ ਮਮਤਾ ਬੈਨਰਜੀ ਨੇ ਜੋ ਕੁਝ ਖੁਲਾਸੇ ਕੀਤੇ ਨੇ, ਉਹਨਾਂ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਇਹ ਗੱਲ ਤੇ ਉਹਨਾਂ ਨੇ ਸਾਫ਼-ਸਾਫ਼ ਦੱਸ ਦਿੱਤੀ ਹੈ ਕਿ ਇੱਕ ਵਾਰੀ ਡਿਕਲੇਅਰ ਹੋ ਗਿਆ ਸੀਗਾ ਉੱਥੇ ਚੋਣ ਦਾ ਜਿਹੜਾ ਰਿਜ਼ਲਟ ਆ। ਮੈਂ ਖੁਦ ਨੈਸ਼ਨਲ ਮੀਡੀਆ ਤੇ ਦੇਖਿਆ ਕਿ ਅਖੀਰ 'ਚ ਇਹ ਆ ਗਿਆ ਬ੍ਰੇਕਿੰਗ ਨਿਊਜ਼। 1200 ਪਲੱਸ ਤੋਂ ਚੋਣ ਜਿਹੜੀ ਹੈ ਉਹ ਮਮਤਾ ਬੈਨਰਜੀ ਜਿੱਤ ਚੁੱਕੇ ਹੈ। ਇਹ ਉੱਥੋਂ ਲਾਈਵ ਕੀਤਾ ਜਾ ਰਿਹਾ ਸੀਗਾ ਬ੍ਰੇਕਿੰਗ ਨਿਊਜ਼ ਬਾਰ-ਬਾਰ। ਮੈਂ ਸ਼ਾਮ ਨੂੰ ਜਦੋਂ ਬੈਠਾ ਥੋੜ੍ਹੀ ਘੰਟੇ ਕੁ ਬਾਅਦ ਟੀਵੀ ਤੇ ਗੱਲਬਾਤ ਕਰਨ ਲਈ ਕਿ ਤੁਸੀਂ ਇੰਝ ਕਿਉਂ ਕਹਿ ਰਹੇ ਆ ਕਿ ਨੰਦੀਗ੍ਰਾਮ ਦੇ ਉੱਤੋਂ ਸੁਬਿੰਦੂ ਅਧਿਕਾਰੀ ਜਿੱਤ ਗਿਆ, ਉਹ ਤੇ ਮੈਂ ਖੁਦ ਦੇਖਿਆ ਕਿ ਉਹ ਜਿੱਤੀ ਹੋਈ ਹੈ। ਯਾਨੀ ਇੰਨਾ ਕਨਫਿਊਜ਼ਨ ਕੀਤਾ ਤੇ ਹੁਣ ਸਾਹਮਣੇ ਆਇਆ ਕਿ ਜਿਹੜੀ ਉੱਥੇ ਜਿੱਤ ਡਿਕਲੇਅਰ ਕਿਵੇਂ ਹੋਈ ਆ। ਸ਼ੁਕਰ ਕਰੋ ਇਹ ਇਕੱਲਾ ਨੰਦੀਗ੍ਰਾਮ ਬਾਰੇ ਹੈ। ਸਾਨੂੰ ਸ਼ੱਕ ਸੀ ਕਿ ਜਿਸ ਪੱਧਰ ਤੇ ਉੱਥੇ ਜੰਗੀ ਪੱਧਰ ਤੇ, ਜੰਗੀ ਵੀ ਕੋਈ ਸਧਾਰਨ ਜੰਗ ਨਹੀਂ, ਸੈਕੰਡ ਵਰਲਡ ਵਾਰ ਵਾਂਗੂ, ਉੱਥੇ ਵੱਡੇ ਪੱਧਰ ਤੇ ਤਿਆਰੀਆਂ ਕਰਕੇ ਪੱਛਮੀ ਬੰਗਾਲ ਤੇ ਧਾਵਾ ਬੋਲਿਆ ਸਾਰੀ ਬੀਜੇਪੀ, ਦੇਸ਼ ਦੀ ਪੂਰੀ ਬੀਜੇਪੀ, ਤੇ ਜਿਹੜੇ ਬਾਹਰ ਬੈਠੇ ਹੋਣਗੇ ਉਹਨਾਂ ਦੇ ਵੀ ਕੋਈ ਨਾ ਕੋਈ ਕਿਸੇ ਤਰੀਕੇ ਨਾਲ ਸ਼ਮੂਲੀਅਤ ਕੀਤੀ ਹੋਊਗੀ ਕਿ ਬੰਗਾਲ ਅਸੀਂ ਛੱਡਣਾ ਨਹੀਂ, ਇਸ ਕਿਸਮ ਦਾ ਸੀ। ਤੇ ਮਮਤਾ ਨੇ ਫੈਸਲਾ ਕਰ ਲਿਆ ਸ਼ੁਰੂ 'ਚ ਹੀ। ਔਰ ਜਦੋਂ ਇਹ ਮੋਦੀ ਜੀ ਦੇਖੋ ਮਾਰਚ ਦੇ ਮਹੀਨੇ ਹੀ ਆਪਣਾ ਇਸ ਗੱਲ ਦੀਆਂ ਲਿਲੜੀਆਂ ਜੀਆਂ ਕੱਢਣ ਲੱਗ ਪਏ, दीदी ओ दीदी मुझे गाली देते हो, मुझे तो किसी ने गाली नहीं दिया, प्रधानमंत्री को गाली दिया, मैं कैसे बताऊं, कुछ गाली तो मैं बता भी नहीं सकता, ऐसी गाली दिया आपने। ਇਹਦਾ ਮਤਲਬ ਇਹ ਹੈ ਕਿ ਜਿਸ ਢੰਗ ਨਾਲ ਇਹ ਪੇਸ਼ ਆ ਰਹੇ ਸੀਗੇ, ਉਹਨੇ ਪਹਿਲਾਂ ਹੀ ਤਿਆਰੀ ਖਿੱਚ ਲਈ ਸੀ ਕਿ ਵੀ ਇਹਨਾਂ ਨੂੰ ਖਦੇੜਨਾ, ਜਿਵੇਂ ਖਿੱਦੋ ਨੂੰ ਖਦੇੜ ਦਿੰਦੇ ਆ, ਖਿੱਦੋ ਖੁੰਡੀ ਖੇਡਦੇ ਲੀਰਾਂ ਦੇ ਖਿੱਦੋ ਨੂੰ, ਉਹ ਲੀਰਾਂ ਦੇ ਖਿੱਦੋ ਵਾਂਗੂ ਖਦੇੜਿਆ ਉਹਨੇ। ਉਹ ਤੇ ਬਚੇ ਤਾਂ ਆ, ਨਹੀਂ ਤੇ TMC ਦੇ ਉੱਤੇ ਜਿੱਡੇ ਵੱਡੇ ਪੱਧਰ ਤੇ ਹਮਲਾ ਸੀ ਉਸ ਨੂੰ ਇਹਨਾਂ ਨੇ ਬਿਲਕੁਲ, ਇਹ ਜਿਹੜੀ ਗੱਲ ਕਹਿ ਰਹੇ ਆ ਨਾ ਕਿ ਉਹ ਤੇ ਅਸੀਂ ਵੈਸੇ ਹੀ ਕਹਿ ਰਹੇ ਸੀ ਹਵਾ ਦੇਣ ਲਈ ਕਿ 200 ਤੋਂ ਉੱਪਰ ਅਸੀਂ ਟੈਲੀ ਪਾਰ ਕਰਨੀ, ਇਹ ਆਪਣੇ ਘਰ 'ਚ ਜਮਾ ਟਾ ਕਰੀ ਬੈਠੇ ਸੀਗੇ। ਇਹਨਾਂ ਨੂੰ ਪਤਾ ਸੀ ਵੀ ਕਿੱਥੇ ਖਰੀਦਣੀ ਆ, ਕਿਹਨੂੰ ਤੋੜਨਾ, ਕੁਛ ਤੋੜ ਲਏ ਆ, ਕੁਛ ਭਰਮਾ ਲਏ ਆ, ਕੁਛ ਪਟਕਾ ਲਏ ਆ, ਕੁਛ ਡਰਾ ਲਏ ਆ। ਇਹ ਸਾਰੀ ਜੋੜ ਤੋੜ ਕਰਕੇ ਫਿਰ ਮੈਦਾਨ 'ਚ ਉਤਰੇ ਸੀਗੇ, ਐਵੇਂ ਨਹੀਂ ਸੀ ਉਤਰੇ, ਪੂਰੀ ਤਿਆਰੀ ਨਾਲ। ਵਿੱਚ ਇਲੈਕਸ਼ਨ ਕਮਿਸ਼ਨ, ਵਿੱਚ ਹੋਰ, ਵਿੱਚ ਫੋਰਸਿਸ, ਵਿੱਚ ਕਿਹੜੀ ਚੀਜ਼ ਸੀ ਜਿਹੜੀ ਇਹਨਾਂ ਨੇ ਫਿੱਟ ਨਹੀਂ ਸੀ ਕੀਤੀ, ਜਿਹਨੂੰ ਕਹਿੰਦੇ ਨਾ ਫਿੱਟ ਕਰਕੇ ਫਿਰ ਚੋਣ। 8 ਫੇਜ਼ ਕਾਹਦੇ ਲਈ ਸੀ? ਵੀ ਦੱਸਣ ਕੋਈ ਉਹਦਾ ਇਲੈਕਸ਼ਨ ਕਮਿਸ਼ਨ ਇਸ ਗੱਲ ਦਾ ਜਵਾਬ ਦੇ, ਉਹ ਦੱਸੇ। ਨਹੀਂ ਤੇ ਇਹ ਠੀਕ ਕਹਿੰਦੀ ਹੈ ਮਦਰਾਸ ਹਾਈ ਕੋਰਟ ਕਿ ਇਹ ਜਿਹੜੇ 150 ਦੇ ਕਰੀਬ ਜਿਹੜੀਆਂ ਮੌਤਾਂ ਹੋਈਆਂ, ਉਹਦਾ ਮਰਡਰ ਦਾ ਕੇਸ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਚੱਲਣਾ ਚਾਹੀਦਾ। ਇੰਨੇ ਛੋਦੇ, ਇੰਨੇ ਭੁੱਖੜ ਕਿ ਉੱਥੇ ਗਵਰਨਰ ਲੱਗਣਾ, ਉੱਥੇ ਸਾਨੂੰ ਰਾਜਨੀਤਿਕ ਲਾਹਾ ਲੈਣਾ। ਤੁਸੀਂ ਦੇਸ਼ ਦੀ ਐਡੀ ਅਹਿਮੀਅਤ ਵਾਲੀ ਪ੍ਰੈਸਟੀਜੀਅਸ ਚੋਣ ਨੂੰ, ਜਿਹੜੀ ਕਿ ਦੇਸ਼ ਦੀ ਰਾਜਨੀਤਿਕ ਹਿਸਟਰੀ ਦੇ ਵਿੱਚ ਇੱਕ ਟਰਨਿੰਗ ਪੁਆਇੰਟ ਆ, ਤੁਸੀਂ ਉਸਦਾ ਮਜ਼ਾਕ ਉਡਾ ਕੇ ਰੱਖ ਦਿੱਤਾ। 4 ਛਿੱਲੜਾਂ ਦੀ ਖਾਤਰ, ਛੋਧਿਆਂ ਦੀ ਖਾਤਰ। ਇਹੋ ਜਿਹੇ ਬੰਦਿਆਂ ਨੂੰ ਜੇਲ੍ਹਾਂ 'ਚ ਦੇਣਾ ਚਾਹੀਦਾ। ਇਲੈਕਸ਼ਨ ਕਮਿਸ਼ਨ ਦੇ ਹੱਕਦਾਰ ਨਹੀਂ ਹੈਗੇ, ਇਹਨਾਂ ਤੇ ਮਰਡਰ ਦੇ ਕੇਸ ਤੇ ਚੱਲਣੇ ਹੀ ਚੱਲਣੇ ਚਾਹੀਦੇ ਆ। ਜੇ ਕਿਤੇ ਇਹਨਾਂ ਨੂੰ ਕਿਸੇ ਨੂੰ ਵੀ ਕੋਈ ਵੀ ਅਹੁਦਾ ਇੱਥੋਂ ਰਿਟਾਇਰ ਹੋਣ ਤੋਂ ਬਾਅਦ ਮਿਲਦਾ ਜਾਂ ਤਾਂ ਇਹਨਾਂ ਨੂੰ ਉਹਦੇ ਉੱਥੇ ਹੀ ਕੇਸ ਚਲਾ ਕੇ ਜੇਲ੍ਹ ਕਰਨੀ ਚਾਹੀਦੀ ਹੈ। ਇਹਨਾਂ ਨੂੰ ਕੋਈ ਕਿਸੇ ਕਿਸਮ ਦੀ ਇਹਨਾਂ ਤੇ ਮਰਸੀ ਨਹੀਂ ਹੋਣੀ ਚਾਹੀਦੀ। ਜਦ ਤੱਕ ਤੁਸੀਂ ਇਹ ਕਰੋਗੇ ਨਹੀਂ, ਸਾਡੇ ਜਿਹੜੇ ਜਿੰਨੇ ਵੀ ਇੰਸਟੀਟਿਊਸ਼ਨ ਆ, ਜਿਹੜੇ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਆ, ਲੋਕਤੰਤਰਿਕ ਹੈ, ਉਹ ਬਿਲਕੁਲ ਪਹਿਲਾਂ ਹੀ ਖਸਤਾ ਹੋ ਗਏ, ਉਹ ਬਿਲਕੁਲ ਖਤਮ ਹੋ ਜਾਣਗੇ। ਇੱਥੇ ਫਿਰ ਲੋਕਤੰਤਰਿਕ ਰਾਜ ਜਾਂ ਪ੍ਰਣਾਲੀ ਜਾਂ ਚੋਣ ਪ੍ਰਕਿਰਿਆ ਹੀ ਨਹੀਂ ਰਹੂਗੀ, ਤਾਂ ਫਿਰ ਤੁਸੀਂ ਬਾਕੀ ਉੱਥੋਂ ਕੀ ਉਮੀਦ ਕਰੋਗੇ? ਇਸ ਲਈ ਜਿਹੜਾ ਤੁਸੀਂ ਜਿੱਥੋਂ ਗੱਲ ਸ਼ੁਰੂ ਕੀਤੀ ਹੈ, ਮੈਂ ਉੱਥੇ ਹੀ ਆਉਣਾ ਕਿ ਨੰਦੀਗ੍ਰਾਮ 'ਚ ਜਿਵੇਂ ਉਹਨੂੰ ਰਿਟਰਨਿੰਗ ਅਫਸਰ ਨੂੰ ਧਮਕਾਇਆ ਗਿਆ, ਉਹਨੇ ਸਾਫ਼ ਅੱਜ ਫੋਨ ਦੀਆਂ ਫੋਟੋਆਂ ਆਈਆਂ, ਜਿਹੜਾ ਉਹਨਾਂ ਦਾ ਵੀ ਟਵੀਟ ਜਾਂ ਜਿਹੜੇ ਵੀ ਮੈਸੇਜ ਉਹਨੇ ਕੀਤੇ ਆ ਵੀ ਮੇਰੇ ਖਤਰਾ ਆ, ਮੈਨੂੰ ਖਤਰਾ ਆ। ਇਸ ਕਰਕੇ ਤੁਸੀਂ ਜੇ ਮੇਰੇ ਕੋਲੋਂ ਕਹੋਗੇ ਕਿ ਦੁਬਾਰਾ ਰੀਕਾਊਂਟਿੰਗ ਕਰਾ ਲਓ, ਕਿ ਰੀਕਾਊਂਟਿੰਗ ਦਾ ਅਧਿਕਾਰ ਆ, ਕਿਸੇ ਦਾ ਵੀ ਅਧਿਕਾਰ ਆ। ਔਰ ਐਡੀ ਵੱਡੀ ਪ੍ਰੈਸਟੀਜੀਅਸ ਜਿਹੜੀ ਕਾਂਸਟੀਚੁਐਂਸੀ, ਜੇ 2 ਵਾਰੀ ਵੀ ਰੀਕਾਊਂਟਿੰਗ ਕਰਨੀ ਪਏ ਤੇ ਉੱਥੇ ਕਿਹੜੇ ਕਿਤੇ ਕੱਲੀ ਵੋਟ ਗਿਣਨੀ ਆ, ਜਾ ਕੇ ਫੀਤੀਆਂ ਹੀ ਲਾਓ, ਦੁਬਾਰਾ ਉਹਨਾਂ ਨੂੰ ਕਨੈਕਸ਼ਨ ਜੋੜ ਕੇ ਦੇਖ ਲੈਣਾ। ਯਾਨੀ ਇਸ ਕਿਸਮ ਦੀ ਧਾਂਦਲੀ। ਔਰ ਫਿਰ ਮੇਰਾ ਤੇ ਖਿਆਲ ਹੈ ਕਿ
ਬਹੁਤ ਚੰਗਾ ਹੋ ਗਿਆ, ਬਚਾਅ ਹੋ ਗਿਆ। ਇੱਕ ਸੀਟ ਦਾ ਕੋਈ ਨਹੀਂ, ਉਹ ਦੁਬਾਰਾ ਕਿਤੇ ਹੋਰ ਲੜੀ ਜਾਊਗੀ, ਹੋ ਜਾਊਗਾ, ਕੋਈ ਏਡੀ ਗੱਲ ਨਹੀਂ। ਪਰ ਇਸ ਗੱਲ ਦਾ ਇਹ ਵੀ ਸਬੂਤ ਸੁਖਵਿੰਦਰ ਸਾਫ਼ ਨੰਦੀਗ੍ਰਾਮ ਤੋਂ ਮਿਲ ਗਿਆ ਕਿ ਜਿਵੇਂ ਸ਼ਬਿੰਦੂ ਅਧਿਕਾਰੀ ਨੂੰ ਤੋੜ ਕੇ ਲਿਆਂਦੇ ਆ, ਔਰ ਉਸੇ ਤਰੀਕੇ ਦੇ ਉੱਥੇ ਅਫਸਰ ਲਾਏ ਜਿਹੜੇ ਡਰਦੇ ਆ, ਜਿਹੜੇ ਉਹਨਾਂ ਦੇ ਧਮਕੀਆਂ ਤੋਂ ਡਰਦੇ ਆ। ਕੋਈ ਕੇਸ ਹੋਊਗਾ, ਉਹੋ ਜਿਹਾ ਬੰਦਾ ਲਾਇਆ ਹੋਊਗਾ ਜਿਹਦੀ ਕੋਈ ਕਾਲੀ ਫਾਈਲ ਤਿਆਰ ਕੀਤੀ ਹੋਊਗੀ, ਫਾਈਲ ਦਿਖਾਤੀ ਹੋਊਗੀ ਕਿ ਜੇਲ੍ਹ 'ਚ ਸੁੱਟਾਂਗੇ ਜੇ ਤੂੰ ਕੁਝ ਕੀਤਾ। ਉਹ ਵਿਚਾਰਾ ਕਹਿੰਦਾ ਹੋਣਾ ਕਿ ਯਾਰ ਜੋ ਮੇਰੇ ਕੋ ਕਰਾਉਣਾ ਕਰਾ ਲਓ। ਇਹ ਕੰਮ ਦੇਸ਼ ਨੂੰ ਚਲਾਉਣ ਵਾਲੇ ਨਹੀਂ। ਇਸੇ ਤਰੀਕੇ ਦੇ ਨਾਲ ਹੀ ਦਾਦਾਗਿਰੀ, ਜਿਸ ਤਰ੍ਹਾਂ ਗੈਂਗਸ ਹੁੰਦੇ ਆ, ਜਿਸ ਤਰ੍ਹਾਂ ਮਾਫੀਆ ਹੁੰਦਾ, ਉਸੇ ਹੀ ਨੁਮਾ ਸਾਡੀ ਰਾਜਨੀਤੀ ਸਾਰੀ ਹੋ ਗਈ। ਉਹ ਕੱਲਾ ਮੋਦੀ ਨਹੀਂ, ਹੋਰ ਵੀ ਬਥੇਰੇ ਕਰਦੇ ਆ ਵਿੱਚ, ਇਹੋ ਜਿਹੇ ਬਥੇਰੇ ਹੈਗੇ ਸਾਊਥ 'ਚ ਵੀ। ਹੁਣ ਕਰਨਾਟਕ ਵਾਲਾ ਕਿਵੇਂ ਆਇਆ ਤੁਹਾਡੇ ਸਾਹਮਣੇ, ਕੀ ਤਮਾਸ਼ਾ ਹੁੰਦਾ ਰਿਹਾ। ਯੈਦਿਊਰੱਪਾ ਜਿਵੇਂ ਉਹ ਸੱਤਾ 'ਚ ਆਇਆ, ਕਿਹਨੂੰ ਨਹੀਂ ਪਤਾ ਵੀ ਕਿਵੇਂ ਨਹੀਂ ਆਇਆ ਹੈਗਾ। ਤੁਸੀਂ ਹੋਟਲਾਂ ਦੇ ਵਿੱਚ ਬੱਸਾਂ ਭਰ ਲਿਜਾ ਰਹੇ ਆ, ਉੱਥੇ ਗਾਰਡ ਲਾਏ ਹੋਏ ਆ, ਉਹਨਾਂ ਨੂੰ ਮੌਜਾਂ ਕਰਾ ਰਹੇ ਆ, ਕੀ ਕੁਛ ਨਹੀਂ ਇਸ ਦੇਸ਼ 'ਚ ਹੁੰਦਾ। ਇਹ ਦੇਸ਼ ਜਿਹੜਾ ਇਉਂ ਲੱਗਦਾ ਕਿ ਲੋਕਤੰਤਰ ਜਿਹੜੀ ਪ੍ਰਣਾਲੀ ਆ ਉਹਦੇ ਤੋਂ ਬਹੁਤ ਦੂਰ ਚਲਾ ਗਿਆ। ਇਹ ਹੁਣ ਕੁਝ ਕੁ ਜਿਹੜੇ ਗੈਂਗ ਜਾਂ ਮਾਫੀਆ ਨੁਮਾ ਪਾਰਟੀਆਂ ਕਹਿੰਦੇ ਆ, ਪਰ ਅਸਲ 'ਚ ਉਹ ਲੀਡਰਾਂ ਦੇ ਹੱਥ 'ਚ ਚਲਾ ਗਿਆ। ਜੇ ਇਸ ਨੂੰ ਦੁਬਾਰਾ ਲੋਕ ਪ੍ਰਿਆ ਸਰਕਾਰਾਂ ਦੇ ਵਿੱਚ ਬਦਲਣਾ ਤਾਂ ਬਹੁਤ ਵੱਡੀ ਮੁਹਿੰਮ, ਬਹੁਤ ਵੱਡੀ ਜੁਰਤ, ਬਹੁਤ ਵੱਡਾ ਸਾਨੂੰ, ਜਿਵੇਂ ਕਿਸਾਨ ਆਪਣੇ ਮੁੱਦਿਆਂ ਤੇ ਲੜ ਰਹੇ ਆ, ਇੰਜ ਸਿਵਲ ਸੁਸਾਇਟੀ ਨੂੰ ਅੱਗੇ ਆਉਣਾ ਪਊਗਾ। ਨਹੀਂ ਤੇ ਇਹ ਅੱਜ ਦੇ ਘੜੀ ਦੇ ਵਿੱਚ ਸੁਖਵਿੰਦਰ, ਇਹ ਦੇਸ਼ ਰਾਮ ਭਰੋਸੇ ਚੱਲ ਰਿਹਾ, ਬਹੁਤ ਬੁਰਾ ਹਾਲ ਆ। ਇਸ ਲਈ ਜਿਹੜੀ ਰਾਹ ਦਿਖਾਇਆ ਮਮਤਾ ਨੇ, ਇਹ ਜਿਹੜਾ ਮੋਦੀ ਬਾਰ-ਬਾਰ ਕਹਿੰਦਾ ਮੋਦੀ ਹੈ ਤਾਂ ਮੁਮਕਿਨ ਹੈ, ਉਹਦੇ ਚਮਚੇ ਕਹਿੰਦੇ ਆ, ਉਹਦੇ ਭਗਤ ਬਣੇ ਹੋਏ ਆ। ਮੈਂ ਕਹਿੰਦਾ ਦੇਖੋ ਥੋੜੇ ਦਿਨਾਂ ਤੱਕ ਮੋਦੀ ਮੰਦਿਰ ਬਣ ਜਾਣੇ ਆ। ਇਸ ਕਿਸਮ ਦੀ ਜਿਹੜੀ ਭਗਤੀ ਭਾਵ ਦੇ ਨਾਲ ਉਹਨੂੰ ਬਣਾਇਆ ਸੀ ਵੀ ਇਹ ਸਾਡਾ ਹੀਰਾ ਕਦੀ ਫੇਲ ਨਹੀਂ ਹੁੰਦਾ। ਜੇ ਸੋਨੇ ਨੂੰ ਪਿੱਤਲ ਕਹਿ ਦੂ ਤੇ ਉਹ ਪਿੱਤਲ ਹੋ ਜੂਗਾ, ਜੇ ਲੋਹੇ ਨੂੰ ਕਹਿ ਦੂਗਾ ਕਿ ਹੀਰਾ ਤੇ ਹੀਰਾ ਬਣ ਜੂਗਾ। ਇੰਨੀ ਉਹਦੇ ਸ਼ਬਦਾਂ ਦੇ ਵਿੱਚ ਏਡੀ ਵੱਡੀ ਸ਼ਕਤੀ ਆ, ਜਿਵੇਂ ਕਿਸੇ ਮਹਾਰਾਜ ਦੀ ਗੈਬੀ ਸ਼ਕਤੀ ਹੁੰਦੀ ਆ। ਉਹਨੂੰ ਧੂਲ ਚਟਾਤੀ, ਉਹਨੂੰ ਦੱਸਤਾ ਵੀ ਆ ਜੇ ਖੇਡਣਾ ਤੇ ਮੇਰੇ ਨਾਲ ਖੇਡ, ਕੋਈ ਨਹੀਂ ਮੈਂ ਵੀਲ ਚੇਅਰ ਤੇ ਆ, ਤੂੰ ਲਾਲਾ ਜਿੰਨੀਆਂ 24 ਰੈਲੀਆਂ ਕਰਨੀਆਂ ਹੋਰ 24 ਕਰ ਲਾ, ਪਰ ਮੈਂ ਤੈਨੂੰ ਤੇਰੀ ਆਵਾਜ਼ ਦੇ ਵਿੱਚ ਹੀ, ਤੇਰੇ ਸ਼ਬਦਾਂ 'ਚ ਹੀ ਜਵਾਬ ਦਊਂਗੀ। ਜਿੰਨੇ ਮਰਜ਼ੀ ਤੂੰ ਉਹ ਦੀਦੀ ਕਰਕੇ ਮਜ਼ਾਕ ਉਡਾ, ਪਰ ਤੈਨੂੰ ਧੂਲ ਚਟਾਉਂਗੀ। ਉਹਨੇ ਚਟਾਤੀ ਹੈ। ਮਮਤਾ ਬੈਨਰਜੀ ਉਹਨਾਂ ਦੀ ਇਸ ਖਬਰ ਦੇ ਵਿੱਚ ਨੰਦੀਗ੍ਰਾਮ ਤੋਂ ਕਿ ਉੱਥੇ ਸਰਵਰ ਡਾਊਨ ਹੋਇਆ, ਇਹ ਵੀ ਇੱਕ ਚਿੰਤਾਜਨਕ ਹੈ। ਜਿਹੜੇ ਕਾਂਗਰਸ ਵਾਲੇ ਨੇ ਉਹ ਕਹਿ ਰਹੇ ਨੇ ਕਿ ਚੋਣ ਕਮਿਸ਼ਨ ਨੂੰ ਭੰਗ ਕਰ ਦੇਣਾ ਚਾਹੀਦਾ। ਮਮਤਾ ਬੈਨਰਜੀ ਨੂੰ ਜਦੋਂ ਸਵਾਲ ਪ੍ਰਧਾਨ ਮੰਤਰੀ ਦੀ ਕੁਰਸੀ ਬਾਰੇ ਹੁੰਦਾ ਕਿ 2024 ਦੇ ਲਈ ਤਿਆਰ ਹੁੰਦਾ, ਉਹ ਇੱਕ ਵੱਡਾ ਅਹਿਮ ਬਿਆਨ ਦਿੰਦੇ ਨੇ। ਉਹ ਕਹਿੰਦੇ ਕਿ ਸਾਰਿਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ, ਸਾਰੇ ਦਲ ਕੀ ਮਮਤਾ ਬੈਨਰਜੀ ਨੂੰ ਅੱਗੇ ਰੱਖ ਕੇ ਇਸ ਚੋਣ ਮੁਹਿੰਮ ਨੂੰ 2024 ਤੱਕ ਲੈ ਕੇ ਜਾਣਗੇ? ਦੇਖੋ, ਅਸਲੀ ਲੜਾਈ ਕਿਹੜੀ ਵਿਚਾਲੇ ਹੋਣੀ ਚਾਹੀਦੀ ਆ। ਅਸਲੀ ਲੜਾਈ ਚਿਹਰਿਆਂ ਦੀ ਨਹੀਂ ਹੋਣੀ ਚਾਹੀਦੀ। ਅਸੀਂ ਉਸੇ ਟਰੈਪ 'ਚ ਪੈ ਜਾਾਂਗੇ ਜਿਹੜੇ ਟਰੈਪ 'ਚੋਂ ਅਸੀਂ ਨਿਕਲਣਾ ਚਾਹੁੰਦੇ ਹਾਂ। ਅਸੀਂ ਕਿਉਂ ਮੋਦੀ ਦਾ ਵਿਰੋਧ ਕਰ ਰਹੇ ਹਾਂ? ਅਸੀਂ ਇਹ ਕਹਿ ਰਹੇ ਹਾਂ ਕਿ ਮੋਦੀ ਦੀ ਪਾਰਟੀ ਕਿਸੇ ਆਪਣੇ ਪਾਰਟੀ ਦੇ ਪ੍ਰੋਗਰਾਮ ਜਾਂ ਸੰਵਿਧਾਨ ਜਿਸ ਦੀ ਰੱਖਿਆ ਲਈ, ਜਿਸ ਦੀ ਸਹੁੰ ਖਾ ਕੇ ਪ੍ਰਧਾਨ ਮੰਤਰੀ ਤੇ ਮਿਨਿਸਟਰ ਸਾਰੇ ਤੇ MP ਸਹੁੰ ਚੁੱਕ ਕੇ ਉੱਥੇ ਪਾਰਲੀਮੈਂਟ 'ਚ ਬਹਿੰਦੇ ਆ, ਕੋਈ ਉਹਨਾਂ ਦਾ ਧਿਆਨ ਨਹੀਂ। ਇਸ ਕਰਕੇ ਜਦੋਂ ਇਹ ਬੰਦੇ ਸਿਰਫ ਤੇ ਸਿਰਫ ਸੱਤਾ 'ਚ ਆ ਕੇ ਆਪਣੀ ਦਾਦਾਗਿਰੀ ਤੇ ਚੌਧਰ ਤੇ ਹਉਮੈ ਤੇ ਆਕੜ ਤੇ ਨੱਕ, ਉਸ ਕਿਸਮ ਦੀਆਂ ਗੱਲਾਂ ਕਰਦੇ ਆ ਕਿ ਜੋ ਮੈਂ ਕਰੂੰਗਾ ਉਹ ਹੋਊਗਾ, ਨਹੀਂ ਤੇ ਖਬਰਦਾਰ, ਬਾਕੀ ਕਿਸੇ ਨੂੰ ਕੁਸਕਣ ਨਹੀਂ ਦਿੰਦੇ, ਬਾਕੀ ਦੀਆਂ ਆਵਾਜ਼ਾਂ ਨੂੰ ਦਬਾ ਦਿੰਦੇ, ਖਦੇੜ ਦਿੰਦੇ, ਡਰਾ ਦਿੰਦੇ, ਧਮਕਾ ਦਿੰਦੇ ਆ। ਇਹਦੇ ਵਿਰੁੱਧ ਤੇ ਅਸੀਂ ਲੜ ਰਹੇ ਹਾਂ। ਹੁਣ ਤੁਸੀਂ ਅਸੀਂ ਨਹੀਂ ਚਾਹੁੰਦੇ ਕਿ ਮੋਦੀ ਨੂੰ ਹਟਾ ਕੇ ਇੱਕ ਮਮਤਾ ਖੜੀ ਕਰ ਲਈਏ ਉਹੋ ਜੀ। ਦੇਖੋ, ਤੁਹਾਨੂੰ ਖੁਸ਼ੀ ਇਸ ਕਰਕੇ ਹੁੰਦੀ ਹੈ ਕਿ ਮੋਦੀ ਨੂੰ ਕੋਈ ਢਾਉਣ ਵਾਲਾ, ਉਹ ਵੀ ਇੱਕ ਸਾਡੇ ਬਹੁਤ ਹੀ ਜਾਨੀ ਲੜਾਕੂ ਤੇ ਜੁਝਾਰੂ ਔਰਤ, ਜਿਹਨੇ, ਉਹ ਹੋਰ ਵੀ ਸ਼ਰਮ ਆਉਂਦੀ ਆ ਮੋਦੀ ਨੂੰ ਕਿ ਜੇ ਕੋਈ ਹੋਰ ਬੰਦਾ ਤਕੜਾ ਉੱਥੇ ਕੋਈ ਹੁੰਦਾ ਤੇ ਸ਼ਾਇਦ, ਕਿਉਂਕਿ ਸਾਡੀ ਸੁਸਾਇਟੀ ਇਹੋ ਜਿਹੀ ਆ, ਉਹ ਔਰਤ ਤੋਂ ਹਾਰ ਮੰਨੀ ਤੋਂ ਬਹੁਤ ਜ਼ਿਆਦਾ ਉਹਨੂੰ ਨਮੋਸ਼ੀ ਲੱਗਦੀ ਹੈ। ਤੇ ਇਸ ਕਰਕੇ ਉਹ ਜਿਹੜਾ ਹੋ ਗਿਆ, ਇਹਦਾ ਵਿਕਲਪਿਕ ਸੁਖਵਿੰਦਰ ਇਹ ਹੋਣਾ ਚਾਹੀਦਾ ਕਿ ਇੱਕ ਪਾਸੜੇ ਜਿਹੜੀ ਇਹ ਜਿਹੜਾ ਇੱਕ ਪਾਸੇ ਨੂੰ ਚੱਲਣ ਦਾ ਜਿਹੜਾ ਇੱਕ ਆਦਮੀ ਦਾ ਸੈਂਟਰਿਕ ਜਿਹੜਾ ਕਰਨ ਦੀ ਜਗ੍ਹਾ ਚਾਹੀਦਾ ਕਿ ਕਲੈਕਟਿਵ ਵਿਜ਼ਡਮ ਦੇ ਵਿੱਚ ਵਿਸ਼ਵਾਸ ਕੀਤਾ ਜਾਏ। ਮੇਰੇ ਮੁਤਾਬਕ ਜੇ ਮੈਨੂੰ ਪੁੱਛੋ ਕਿ ਇਹਦਾ ਹੱਲ ਕੀ ਹੈ, ਇਨੀਸ਼ੀਏਟਿਵ ਲਵੇ ਇਹਦੇ ਵਿੱਚ ਮਮਤਾ ਬੈਨਰਜੀ। ਉਹ ਚਿੱਠੀ ਲੈ ਕੇ ਹੰਬਲ ਅਪੀਲ ਸਾਰਿਆਂ ਜਿਹੜੀਆਂ ਰੀਜਨਲ ਪਾਰਟੀਆਂ, ਜਿਹੜੀਆਂ ਲਾਈਕ ਮਾਈਂਡਡ ਉਹ ਸਮਝਦੇ ਹੈ, ਉਹਨਾਂ ਨੂੰ ਉਹ ਚਿੱਠੀ ਦਿੱਤੀ ਜਾਏ। ਅੱਜ ਕੱਲ੍ਹ ਜ਼ਰੂਰੀ ਨਹੀਂ ਕਿ ਇਕੱਲੇ ਕੋਲ ਜਾਣਾ, ਜਿੱਥੇ ਜਾਣ ਦੀ ਲੋੜ ਹੈ ਉੱਥੇ ਜਾ ਵੀ ਆਵੇ, ਪਰ ਅੱਜ ਕੱਲ੍ਹ ਤੇ ਤੁਸੀਂ ਤੁਰੰਤ ਟਵੀਟ ਦੇ ਰਾਹੀਂ, ਹੋਰ ਮੀਡੀਆ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਈਮੇਲ ਰਾਹੀਂ ਫੱਟ ਦੇਣੀ, ਤੁਸੀਂ ਸਾਰਾ ਕੁਝ ਭੇਜ ਦਿੰਦੇ।
ਉਹ ਚਿੱਠੀਆਂ ਭੇਜੀਆਂ ਜਾਣ, ਜਿੱਥੇ ਲੋੜ ਆ ਮਿਲਿਆ ਜਾਏ। ਫਿਰ ਇੱਕ ਕਨਕਲੇਵ ਹੋਵੇ ਉਹਨਾਂ ਬੰਦਿਆਂ ਦੀ, ਉਹਦੇ ਵਿੱਚ ਇੱਕ ਸਾਂਝਾ ਪ੍ਰੋਗਰਾਮ ਦੇਸ਼, ਇੱਕ ਵਾਈਟ ਪੇਪਰ ਹੋਵੇ ਕਿ ਦੇਸ਼ ਦੀ ਅੱਜ ਦੀ ਕਿੰਨੀ ਖਸਤਾ ਹਾਲਤ ਆ, ਕੀ ਸਾਡੀ ਸਿਹਤ ਦਾ ਹਾਲ ਆ, ਕੀ ਸਾਡੀ ਸਿੱਖਿਆ ਦੇ ਮਹਿਕਮੇ ਦਾ ਹਾਲ ਆ, ਕੀ ਟਰਾਂਸਪੋਰਟ ਦਾ ਹਾਲ ਆ, ਕੀ ਕਮਿਊਨੀਕੇਸ਼ਨ ਆ, ਕਿਵੇਂ ਏਜੰਸੀਆਂ ਤੇ ਸਾਰੇ ਇੰਸਟੀਟਿਊਸ਼ਨ ਦੇ ਪੇਚ ਢਿੱਲੇ ਆ, ਅਰਥ ਵਿਵਸਥਾ ਬਿਲਕੁਲ ਹੀ ਡਾਵਾਂਡੋਲ ਹੋ ਚੁੱਕੀ ਆ, ਨੌਜਵਾਨ ਹਾਹਾਕਾਰ ਮੱਚੀ ਹੋਈ ਆ। ਇਹ ਸਾਰੀਆਂ ਗੱਲਾਂ ਦਾ ਵਾਈਟ ਪੇਪਰ ਹੋਵੇ, ਉਹਦੇ ਤੇ ਚਰਚਾ ਹੋਵੇ, ਉਹਦੇ ਤੇ ਵੱਡੇ ਵੱਡੇ ਇਕਨੋਮਿਸਟ, ਥਿੰਕਰ, ਜਿਹੜੇ ਸੋਸ਼ਲ ਐਕਟਿਵਿਸਟ ਨਾਲ ਹੋਣ, ਔਰ ਫਿਰ ਉਹ ਇੱਕ ਕਲੈਕਟਿਵ ਵਿਜ਼ਡਮ ਦਾ ਪ੍ਰੋਗਰਾਮ ਬਣੇ। ਉਹਦੇ ਚੋਂ ਇੱਕ ਸਟੀਅਰਿੰਗ ਕਮੇਟੀ 5 ਬੰਦਿਆਂ ਦੀ ਬਣ ਜਾਏ, ਉਹਦੇ ਚ ਮਮਤਾ ਵੀ ਆ ਜਾਏ। ਮਮਤਾ ਨੂੰ ਭਾਵੇਂ ਕਨਵੀਨਰ ਰੱਖ ਲਓ, ਕੋਈ ਦਿੱਕਤ ਨਹੀਂ ਹੈ, ਪਰ ਚਿਹਰਿਆਂ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਹਨੂੰ ਹੁਣ ਪ੍ਰਧਾਨ ਮੰਤਰੀ ਅੱਗੇ ਲਾ ਦਿਓ ਜੀ, ਇਹਨੂੰ ਹੁਣ ਤੁਸੀਂ ਹੋਰ ਰਾਸ਼ਟਰਪਤੀ ਅੱਗੇ ਲਾ ਦਿਓ ਜੀ, ਇਹਨੂੰ ਗਵਰਨਰ। ਇਹ ਬੰਦ ਹੋਣਾ ਚਾਹੀਦਾ ਕੰਮ। ਮੈਰਿਟ ਤੇ ਗੱਲ ਹੋਵੇ, ਕਿਸੇ ਕਾਨੂੰਨ ਦੀ ਗੱਲ ਹੋਵੇ, ਕਿਸੇ ਸੰਵਿਧਾਨ ਦੀ ਗੱਲ ਹੋਵੇ, ਕਿਤੇ ਲੋਕਾਂ ਦੇ ਹਿੱਤ ਦੀ ਗੱਲ ਹੋਵੇ, ਕਿਤੇ ਇਨਸਾਫ ਦੀ ਗੱਲ ਹੋਵੇ, ਕਿਤੇ ਬੇਰੁਜ਼ਗਾਰੀ ਨੂੰ ਕਿਵੇਂ ਖਤਮ ਕਰਨਾ ਉਹਦੇ ਕੋਈ ਉਪਾਏ ਦੀ ਗੱਲ ਹੋਵੇ। ਇਹ ਸਾਰਾ ਕਾਮਨ ਮਿਨੀਮਮ ਪ੍ਰੋਗਰਾਮ ਸਾਂਝਾ ਹੋਵੇ। ਉਸ ਲਈ 6 ਮਹੀਨੇ ਪੂਰੀ ਡੰਡ ਬੈਠਕਾਂ ਜੋ ਮਾਰਨੀਆਂ, ਮਾਰ ਕੇ ਸਾਰੀ ਉਹਦੀ ਅਕੈਡਮਿਕਸ ਇਨਪੁਟ, ਇਹ ਪੁੱਟ, ਉਹ ਇੱਕ ਵਧੀਆ ਇੱਕ ਡਾਕੂਮੈਂਟ ਤਿਆਰ ਹੋਵੇ, ਭਾਵੇਂ ਬਹੁਤ ਹੀ ਛੋਟਾ 10 ਪੇਜਾਂ ਦਾ ਡਾਕੂਮੈਂਟ ਹੋਵੇ, ਕੋਈ ਗੱਲ ਨਹੀਂ ਹੈ। ਉਸ ਡਾਕੂਮੈਂਟ ਨੂੰ ਸਾਰੇ ਦੇਸ਼ ਦੇ ਵਿੱਚ ਇੰਟਰਨੈਟ ਰਾਹੀਂ ਵੈਬਸਾਈਟ ਤੇ ਪਾ ਕੇ, ਉਹ ਜਿਹੜੀ ਕਮੇਟੀ ਬਣੇ ਸਟੀਅਰਿੰਗ ਕਮੇਟੀ, ਉਹਦੀ ਵੈਬਸਾਈਟ ਹੋਵੇ, ਉਹ ਡਾਕੂਮੈਂਟ ਰੱਖਿਆ ਜਾਏ, ਸਾਰੇ ਦੇਸ਼ ਦੇ ਇੰਟੈਲੈਕਚੁਅਲ ਦੀ ਓਪੀਨੀਅਨ ਲਈ ਜਾਵੇ, ਉਸ ਓਪੀਨੀਅਨ ਨੂੰ ਪ੍ਰੋਸੈਸ ਕੀਤਾ ਜਾਏ, ਫਿਰ ਇੱਕ ਫਾਈਨਲ ਡਾਕੂਮੈਂਟ ਆਉਣ ਵਾਲੀ 2024 ਦੀ ਤਿਆਰੀ ਦੇ ਵਿੱਚ ਕਰਤਾ ਜਾਏ। ਇਹ ਪ੍ਰੋਸੈਸ ਵਿੱਚੋਂ ਲੰਘਣਾ ਚਾਹੋ, ਇਹ ਸਾਡਾ ਦੇਸ਼ ਚਾਹੁੰਦਾ ਕਿ ਜਿੱਥੇ ਲੋਕ ਸੈਂਟਰਿਕ ਹੋਵੇ। ਔਰ ਦੂਸਰੀ ਗੱਲ, ਜਿੱਥੇ ਅਸੀਂ, ਮੈਂ ਇਹ ਗੱਲ ਨਾਲ ਜ਼ਰੂਰੀ ਕਹਿਣੀ ਚਾਹੁੰਦਾ ਕਿ ਅੱਜ ਦੀ ਡੇਟ ਦੇ ਵਿੱਚ ਸੁਖਵਿੰਦਰ, ਜੇ ਤੁਸੀਂ ਰੀਜਨਲ ਪਾਰਟੀਆਂ ਵੀ ਦੇਖ ਲਓ, ਵਿੱਚੇ ਹੀ TMC, ਉਹ ਵੀ ਉਸ ਕਿਸਮ ਨਾਲ ਡਿਲੀਵਰ ਨਹੀਂ ਕਰ ਰਹੀਆਂ ਜੋ ਉਹਨਾਂ ਨੂੰ ਕਰਨਾ ਚਾਹੀਦਾ। ਉਹਨਾਂ ਦਾ ਰੋਲ ਮਾਡਲ ਬਾਈ ਐਂਡ ਲਾਰਜ ਵੱਡੀਆਂ ਪਾਰਟੀਆਂ ਹੀ ਹੈ। ਉਹ ਜੇ 4 ਗੁਣਾ ਲੁੱਟ ਮਚਾਉਂਦੀਆਂ, ਇਹ 1 ਗੁਣਾ ਮਚਾਉਂਦੀਆਂ ਹੋਣਗੀਆਂ। ਕੰਮ ਤੇ ਕੀ, ਕੰਮ ਤੇ ਲੋਕ ਹਿੱਤ ਤੇ ਕੋਈ ਨਹੀਂ ਹੋ ਰਿਹਾ। ਪੰਜਾਬ ਦਾ ਹਾਲ ਕਿਤੇ ਇਹ ਕਾਂਗਰਸ ਨੇ ਕਰਤਾ, BJP ਨੇ ਕਰਤਾ, ਅਕਾਲੀਆਂ ਨੇ ਵੀ ਵਿੱਚ ਹੀ ਕੀਤਾ ਨਾ। ਇਹ ਰੀਜਨਲ ਪਾਰਟੀ ਆ, ਸਾਡੇ ਤੇ ਰੀਜਨਲ ਪਾਰਟੀ ਇਹੋ ਹੀ ਹੋਊਗੀ। ਉੱਥੇ ਕੇਜਰੀਵਾਲ ਆ, ਜਿਹੜੀ ਉਹ ਵੀ ਅਜੇ ਉਹ ਤੇ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਕਹਿੰਦੇ ਆ, ਠੀਕ ਹੈ, ਉਹ ਲੱਗ ਸਹੀ। ਇਸ ਕਰਕੇ ਬਹੁਤ ਸਾਰੀਆਂ ਰੀਜਨਲ ਪਾਰਟੀਆਂ ਹੈਗੀਆਂ, ਉਹਨਾਂ ਦੀ ਕਾਰਗੁਜ਼ਾਰੀ ਵੀ ਅਪ ਟੂ ਦੀ ਮਾਰਕ ਨਹੀਂ ਹੈ, ਲੋਕ ਹੇਤੂ ਨਹੀਂ ਹੈ, ਆਪਣੇ ਪਰਿਵਾਰ ਹੇਤੂ ਔਰ ਆਪਣੀ ਪਾਰਟੀ ਹੇਤੂ ਤੇ ਸੱਤਾ ਹੇਤੂ ਜ਼ਿਆਦਾ ਕੁਛ ਆ। ਇਸ ਨੂੰ ਵੀ ਬਦਲਣਾ ਪਊਗਾ। ਇੱਕ, ਜਦ ਤੱਕ ਅਸੀਂ ਇਹਨੂੰ ਬਦਲਾਂਗੇ ਨਹੀਂ, ਅਸੀਂ ਕਿਵੇਂ ਵਿਕਲਪਿਕ ਰਾਜਨੀਤੀ ਦੀ ਗੱਲ ਕਰਾਂਗੇ? ਇਹਦਾ ਮਤਲਬ ਅੱਗੇ ਤੁਸੀਂ ਇੱਕ ਬੰਦੇ ਦੀ ਖੁੱਲੀ ਲੁੱਟ ਨੂੰ ਅਲਾਓ ਕਰਦੇ ਆ, ਫਿਰ ਤੁਸੀਂ 15 ਬੰਦਿਆਂ ਦੀਆਂ ਲੁੱਟ ਨੂੰ ਖੁੱਲੇ ਤੌਰ ਤੇ ਅਲਾਓ ਕਰੋਗੇ। ਫਰਕ ਕੀ ਪਿਆ? ਲੋਕਾਂ ਨੂੰ ਤਾਂ ਕੁਝ ਨਹੀਂ ਨਾ ਮਿਲਿਆ। ਲੋਕਾਂ ਨੂੰ ਕੀ ਮਿਲਦਾ? ਡੈਵੋਲੂਸ਼ਨ ਆਫ ਪਾਵਰ ਜਦੋਂ ਕਹਿੰਦੇ ਆ ਕਿ ਸੱਤਾ ਥੱਲੇ ਨੂੰ ਜਾਵੇ, ਸੂਬਿਆਂ 'ਚ ਜਾਵੇ, ਸੂਬਿਆਂ ਦੇ ਵੱਧ ਅਧਿਕਾਰ ਹੋਣ, ਸੰਘੀ ਢਾਂਚਾ ਮਜ਼ਬੂਤ ਹੋਵੇ। ਪਰ ਸੰਘੀ ਢਾਂਚੇ ਨੂੰ, ਸੂਬਿਆਂ ਨੂੰ ਸਾਂਭਣ ਵਾਲੇ ਸੈਂਟਰ ਦੀ ਕੇਂਦਰੀ ਸਰਕਾਰ ਨਾਲੋਂ ਜ਼ਿਆਦਾ ਕੁਸ਼ਲ, ਜ਼ਿਆਦਾ ਕੰਪੀਟੈਂਟ, ਜ਼ਿਆਦਾ ਸਿਆਣੇ, ਜ਼ਿਆਦਾ ਮਿਹਨਤੀ, ਜ਼ਿਆਦਾ ਇਮਾਨਦਾਰ ਤੇ ਜ਼ਿਆਦਾ ਲੋਕਾਂ ਦੇ ਮਸਲਿਆਂ ਨੂੰ ਪੜ੍ਹਾਏ ਹੋਏ ਕਿਵੇਂ ਹੁਣ ਉਹ ਪ੍ਰੂਫ ਇਹਨਾਂ ਨੂੰ ਰੀਜਨਲ ਪਾਰਟੀਆਂ ਨੂੰ ਦੇਣਾ ਪਊ, ਜੋ ਮੈਨੂੰ ਪਿੱਛੇ ਨਹੀਂ ਦਿਖ ਰਿਹਾ। ਅਗਲੀ ਗੱਲ ਜਿਹੜੀ ਬਹੁਤ ਜ਼ਰੂਰੀ ਗੱਲ ਆ, ਮੈਂ ਅੱਜ ਕਿਤੇ ਬਾਹਰ ਦੇ ਕਿਸੇ ਰੇਡੀਓ ਤੇ 1 ਘੰਟਾ ਬੋਲ ਰਿਹਾ ਸੀ, ਮੈਂ ਉੱਥੇ ਗੱਲ ਕਹੀ ਜਿਹੜੀ ਬੜੀ ਐਪਰੀਸ਼ੀਏਟ ਕੀਤੀ। ਉਹ ਇਹ ਹੈ ਕਿ ਜੇ ਅਸੀਂ ਕੇਂਦਰ ਤੋਂ ਸੂਬਿਆਂ 'ਚ ਸੱਤਾ ਜ਼ਿਆਦਾ ਚਾਹੁੰਦੇ ਹਾਂ, ਕਿਉਂਕਿ ਕੇਂਦਰੀਕਰਨ ਹੋਇਆ, ਤਿੰਨੇ ਡਿਫੈਂਸ ਫੋਰਸਿਸ ਦਾ ਵੀ ਤੁਸੀਂ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਬਣਾਤਾ, ਕੇਂਦਰੀਕਰਨ ਹੀ ਹੋਇਆ ਨਾ। CGI ਨੂੰ ਜੇਬ 'ਚ ਪਾ ਲਿਆ, ਉਹ ਵੀ ਕੇਂਦਰੀਕਰਨ ਹੀ ਹੋਇਆ ਨਾ। ਤੁਸੀਂ ਉੱਥੇ ਸਾਰੀ ਸੁਪਰੀਮ ਕੋਰਟ ਦੀ ਢਿਬਰੀ ਮਰੋੜਦੇ ਫਿਰਦੇ ਆ। ਇਸੇ ਤਰੀਕੇ ਦੀਆਂ ਬਾਕੀਆਂ ਏਜੰਸੀਆਂ, ਇਸੇ ਤਰੀਕੇ ਨਾਲ ਇਲੈਕਸ਼ਨ ਕਮਿਸ਼ਨ ਬਚਿਆ ਸੀ, ਉਹਦੀ ਵੀ ਤੁਸੀਂ ਪੱਠਾ ਬਿਠਾਤਾ। ਬਚਿਆ ਕੀ ਹੈ? ਇਸ ਕੇਂਦਰੀਕਰਨ ਤੋਂ ਵਿਕੇਂਦਰੀਕਰਨ ਸੂਬਿਆਂ 'ਚ ਜਾਵੇ। ਪਰ ਸੂਬਿਆਂ ਦੀ ਨਾਲ, ਜਿੱਥੇ ਮੈਂ ਬਾਕੀ ਗੱਲ ਕਹੀ ਹੈ ਕਿ ਕਾਰਗੁਜ਼ਾਰੀ ਪਾਰਟੀਆਂ ਦੀ ਰੀਜਨਲ ਦੀ ਸੁਧਰਨੀ ਚਾਹੀਦੀ, ਉਹਨਾਂ ਨੂੰ ਅੱਜ ਹੀ ਅਨਾਉਂਸ ਕਰਨਾ ਪਊਗਾ ਕਿ ਅਸੀਂ ਜਿਹੜੇ ਸੰਵਿਧਾਨ ਦੇ ਵਿੱਚ ਪੰਚਾਇਤਾਂ ਨੂੰ ਔਰ ਲੋਕਲ ਬਾਡੀਜ਼ ਨੂੰ, ਅਰਬਨ ਲੋਕਲ ਬਾਡੀਜ਼ ਨੂੰ ਜਿੰਨੇ ਅਧਿਕਾਰ ਆ, ਅਸੀਂ ਵਿਦਨ 3 ਮੰਥਸ ਪਾਵਰ ਚ ਆਉਣ ਤੋਂ ਬਾਅਦ ਸਾਰੇ ਦੇ ਸਾਰੇ ਅਸੀਂ ਟ੍ਰਾਂਸਫਰ ਕਰਾਂਗੇ। ਕਿਉਂ ਨਹੀਂ ਕਰਨੇ? ਮਾਮੇ ਲੱਗਦੇ ਆ, ਇਹ ਆਪਣੀ ਜੇਬ 'ਚ ਪਾਈ ਬੈਠੇ ਸਾਰਾ ਕੁਝ। ਜੇ ਇਹਨਾਂ ਨੇ
ਜੇ ਕੇਂਦਰ ਦੀਆਂ ਪਾਰਟੀਆਂ ਸੁਖਵਿੰਦਰ ਜੀ ਸੈਂਟਰ ਲੈਵਲ ਤੇ ਆਲ ਇੰਡੀਆ ਲੈਵਲ ਤੇ ਕਰਦੀਆਂ, ਇਹਨਾਂ ਦਾ ਜਿੱਥੇ ਦਾ ਲੱਗਦਾ ਇਹ ਆਪਣੇ ਸੂਬਿਆਂ 'ਚ ਕਰੀ ਜਾਂਦੇ। ਲੁੱਟਦੇ ਕਿ ਨਹੀਂ ਪੰਚਾਇਤ ਦੀਆਂ ਇਲੈਕਸ਼ਨਾਂ, ਲੋਕਾਂ ਦੇ ਵਿੱਚ ਲੜਾਈਆਂ ਪਵਾਉਂਦੇ ਕਿ ਨਹੀਂ ਪਵਾਉਂਦੇ, ਧਰਮਾਂ ਜਾਤਾਂ ਸਾਰਾ ਕੁਝ ਨਾਂ ਦੇ ਉੱਤੇ ਹੁਕਮ ਭੇਲੀ ਸੁੱਟ ਕੇ ਕਿਵੇਂ ਬਾਂਦਰਾਂ ਨੂੰ ਲੜਾਉਂਦੇ ਆ। ਇਸ ਲਈ ਇਹ ਕੰਮ ਬੰਦ ਹੋਣਾ ਚਾਹੀਦਾ, ਇਹ ਸੁਧਰਨ ਤਾਂ ਲੋਕ ਇਹਨਾਂ ਦਾ ਸਾਥ ਦੇਣਗੇ, ਤਾਂ ਇਹ ਦੇਸ਼ ਮਜ਼ਬੂਤ ਹੋਊ, ਤਾਂ ਇਸ ਦੇਸ਼ ਦਾ ਕੁਝ ਭਲਾ ਹੋਊਗਾ। ਔਰ ਮੈਂ ਅਗਲੀ ਗੱਲ ਕਿਸਾਨਾਂ ਵੀਰਾਂ ਦੇ ਜਿਹੜੀ ਮੈਂ ਜ਼ਿੰਮੇ ਲਾਉਣਾ, ਜਿਸ 'ਚ ਮੈਂ ਆਪਣੀ ਜ਼ਿੰਮੇਵਾਰੀ ਵੀ ਲੈਣਾ ਕਿ ਸਾਨੂੰ ਸਾਰਿਆਂ ਨੂੰ ਇੱਕ ਅਹਿਦ ਕਰ ਲੈਣਾ ਚਾਹੀਦਾ ਕਿ ਆਉਣ ਵਾਲੀਆਂ ਘੱਟੋ ਘੱਟ ਪੰਚਾਇਤਾਂ ਦੀਆਂ ਚੋਣਾਂ ਉਹ ਸਰਬਸੰਮਤੀ ਨਾਲ ਹੋਣੀਆਂ ਚਾਹੀਦੀਆਂ। ਹਰ ਪਿੰਡ 'ਚ ਢੋਲ ਵਜਾ ਦਿਓ ਕਿ ਅਸੀਂ ਸਾਰੇ ਪਿੰਡ ਦੀ ਜਨ ਸਭਾ ਹੋਊਗੀ, ਉਹਦੇ 'ਚ 1000 ਬੰਦਾ 2000 ਬੰਦਾ 5000 ਵੋਟਰ ਆ, ਸਾਰਾ ਇਕੱਠਾ ਕਰੋ। ਜੇ ਤੁਸੀਂ ਲੱਖ ਦੀ ਰੈਲੀ ਕਰ ਸਕਦੇ ਆ, 5000 ਪਿੰਡ 'ਚ ਨਹੀਂ ਬੰਦਾ ਇਕੱਠਾ ਹੋ ਸਕਦਾ, ਹੋਣਾ ਚਾਹੀਦਾ। ਭਾਵੇਂ ਮੰਡੀ 'ਚ ਜਾ ਕੇ ਇਕੱਠਾ ਕਰੋ, ਸਾਰਾ ਕਰੋ। ਹਰ ਪਿੰਡ ਦੀ ਹੱਥ ਦਿਖਾ ਕੇ ਵੋਟਾਂ ਪਾਉਣ, ਆ ਭਈ ਬਜ਼ੁਰਗ ਆ, ਔਰਤ ਆ, ਸਾਰੀ ਔਰ ਸਾਰਾ ਜਿਹੜੇ ਸਭ ਤੋਂ ਵਧੀਆ ਬੰਦੇ ਆ ਉਹਨਾਂ ਦੀਆਂ ਉੱਥੇ ਵੋਟਾਂ ਪੈਣ। ਕੋਈ ਸੀਕ੍ਰੇਟ ਬੈਲਟ ਦੀ ਲੋੜ ਨਹੀਂ ਆ ਪਿੰਡ ਦੇ ਲੈਵਲ ਦੇ ਉੱਤੇ। ਕਿਹੜੀ ਸੀਕ੍ਰੇਟ ਬੈਲਟ? ਮਹੱਲੇ ਦੇ ਇਸੇ ਤਰੀਕੇ ਸ਼ਹਿਰਾਂ ਦੀਆਂ ਵੋਟਾਂ ਮਹੱਲੇ ਵਾਈਜ਼ ਸਭਾ ਹੋਵੇ, ਸਾਰੇ ਬੰਦੇ ਬੈਠਣ, ਕਿਹੜਾ ਬੰਦਾ ਉਹਨਾਂ ਨੂੰ ਇਮਾਨਦਾਰ ਲੱਗਦਾ, ਕਿਹੜਾ ਬੰਦਾ ਸਿਆਣਾ, ਕਿਹੜਾ ਉਹਨਾਂ ਚੋਂ ਪੜ੍ਹਿਆ ਲਿਖਿਆ ਵੀ ਆ, ਕਿਹੜਾ ਮਿਹਨਤੀ ਜ਼ਿਆਦਾ, ਕਿਹੜਾ ਸੋਸ਼ਲ ਨੈਟਵਰਕ ਤੇ ਕੰਮ ਕਰ ਸਕਦਾ, ਕਿਹੜਾ ਜਾ ਕੇ ਡੀਸੀ ਨੂੰ ਧਮਕਾ ਸਕਦਾ। ਇਹ ਸਾਰੀਆਂ ਗੱਲਾਂ ਦੀਆਂ ਕੰਸੀਡਰੇਸ਼ਨ ਲੈ ਕੇ ਪੰਚਾਇਤਾਂ ਤੇ ਲੋਕਲ ਬਾਡੀਜ਼ ਸ਼ੋ ਆਫ ਹੈਂਡ ਚਾਹੀਦਾ ਕਿ ਸਿੱਧਾ, ਕੋਈ ਸੀਕ੍ਰੇਟ ਦੀ ਲੋੜ ਨਹੀਂ, ਉਹਦੇ 'ਚ ਲੜਾਈਆਂ ਹੁੰਦੀਆਂ, ਉਹਦੇ 'ਚ ਹੀ ਸਾਰਾ ਜਿਹੜਾ ਸਿਆਪਾ ਖੜਾ ਹੁੰਦਾ। ਕੋਈ ਵੋਟਾਂ ਦੀ ਵੀ ਨਹੀਂ ਲੋੜ, ਲੋਕ ਸਿੱਧਾ ਆਪਣਾ ਕਹਿਣ ਜੀ ਆਹ ਅਸੀਂ ਕਰ ਲਈ ਸਿਲੈਕਸ਼ਨ, ਆਹ ਸਾਡਾ ਸਰਪੰਚ, ਆਹ ਸਾਡੇ ਪੰਚ, ਇਹਦੇ 'ਚ ਆਹ ਔਰਤਾਂ ਤੁਹਾਡੀ ਕਾਨੂੰਨਨ ਅਸੀਂ ਰੱਖਿਆ ਵੀ ਰੱਖ ਲਿਆ, ਸਾਡਾ ਸਾਰਾ ਪਿੰਡ ਇਕੱਠਾ ਜੇ। ਦੇਖ ਤਾਂ ਇਹਨਾਂ ਦੀਆਂ ਰੀਜਨਲ ਪਾਰਟੀਆਂ ਦੀ ਨਾਨੀ ਚੇਤੇ ਆਉਂਦੀ ਕਿ ਨਹੀਂ? ਪਹਿਲੀ ਵਾਰੀ ਸਾਰੇ ਚਿੱਤ ਕਰ ਦੇਣਗੇ। ਸਾਰੀ ਸੱਤਾ ਕਾਰਪੋਰੇਸ਼ਨਾਂ ਕੋ ਜਾਊਗੀ, ਉਹਨਾਂ ਦੇ 18 ਡਿਪਾਰਟਮੈਂਟ ਉਹਨਾਂ ਦੇ ਕੋਲ ਹੋਣਗੇ, 18 ਮਿਨਿਸਟਰੀਆਂ, ਉਹ ਉਹਨਾਂ ਨੂੰ ਕਹਿਣਗੇ। ਮੈਂ ਨਾਰਥ ਈਸਟ ਵੇਖ ਕੇ ਆਇਆ ਸੁਖਵਿੰਦਰ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਉੱਥੇ ਉਹਨਾਂ ਨੂੰ ਕਹਿੰਦੇ ਆ ਡਿਸਟ੍ਰਿਕਟ ਆਟੋਨਮਸ ਕਾਉਂਸਲ, ਉਹ DAC ਬਣਦੀਆਂ। ਮੈਂ ਕਈਆਂ ਦੀ ਜਾ ਕੇ ਉੱਥੇ ਵਿਜ਼ਿਟ ਕਰਕੇ ਕਜਾਰਗਾਰੀ, ਮੈਂ 2 ਸਾਲ ਰਿਹਾ ਨਾਰਥ ਈਸਟ ਵਿੱਚ, ਉਹ ਬਿਲਕੁਲ ਇੰਜ ਚੱਲਦੀਆਂ ਜਿਵੇਂ ਸਰਕਾਰਾਂ ਹੁੰਦੀਆਂ, ਕੋਈ ਉਹਦੇ 'ਚ ਸਟੇਟ ਅਸੈਂਬਲੀ ਦਖਲ ਨਹੀਂ ਦੇ ਸਕਦੀ, ਉਹਨਾਂ ਦੀ ਆਪਣਾ ਰਾਜ ਉੱਥੇ ਚੱਲਦਾ। ਹਰ ਪਿੰਡ 'ਚ ਹਰ ਸਰਪੰਚ ਚੀਫ ਮਿਨਿਸਟਰ ਹੋਵੇ ਔਰ ਹਰ ਮੇਅਰ ਆਪਣਾ ਲੋਕਲ ਚੀਫ ਮਿਨਿਸਟਰ ਹੋਵੇ। ਉਹਨਾਂ ਨੂੰ ਕੀ ਚੰਡੀਗੜ੍ਹ ਕੋਈ ਆਉਣ ਦੀ ਲੋੜ ਹੀ ਨਹੀਂ। ਇਹਨਾਂ ਦਾ ਜਿੰਨੇ MLA ਜਿੰਨੇ ਮਿਨਿਸਟਰ ਖੁਦ ਉਹਨਾਂ ਕੋਲ ਸਰਪੰਚਾਂ ਕੋ ਜਾਣ, ਦੱਸੋ ਸਰਪੰਚ ਸਾਹਿਬ ਐਤਕੀ ਕੀ ਹਾਲ ਆ, ਕੀ ਅਸੀਂ ਸੇਵਾ ਕਰ ਸਕਦੇ ਹਾਂ। ਨਾ ਕਿ ਸਰਪੰਚ ਜੁੱਤੀਆਂ ਘਸਾਉਂਦੇ ਫਿਰਦੇ ਹੋਣ, ਕਦੀ ਉੱਥੇ ਮਿਨਿਸਟਰ ਨੂੰ ਲੱਭੋ। ਕਿਉਂ ਭਈ? ਸਾਡਾ ਘਰ ਆ, ਸਾਡਾ ਦੇਸ਼ ਆ, ਸਾਡਾ, ਅਸੀਂ ਕਮਾਈਏ, ਅਸੀਂ ਖਾਈਏ, ਅਸੀਂ ਪੈਦਾ ਕਰੀਏ, ਤੇ ਐਸ਼ਾਂ ਤੁਸੀਂ ਕਰੋ, ਗੱਡੀਆਂ ਤੁਹਾਡੀਆਂ ਚੱਲਣ, ਪੁਲਿਸ ਤੁਹਾਡੇ ਅੱਗੇ ਪਿੱਛੇ ਫਿਰੇ, ਤੇ ਅਸੀਂ ਜਾ ਕੇ ਥਾਣਿਆਂ 'ਚ ਧੱਕੇ ਖਾਈਏ, ਆਪਣੀ ਇੱਜ਼ਤ ਰੋਲੀਏ, ਦਾੜੀ ਚਿੱਟੀ ਨੂੰ ਆਪਾਂ ਰੋਲਦੇ ਫਿਰੀਏ। ਇਹ ਕੰਮ ਨਹੀਂ ਚੱਲੂਗਾ। ਬਿਲਕੁਲ ਜਿਹੜੀ ਆ ਜਮਹੂਰੀਅਤ ਨੂੰ ਮਜ਼ਬੂਤ ਕਰਨਾ, ਇਹ ਕਿਸਾਨਾਂ ਨੂੰ ਉੱਥੇ ਹੀ ਸਿੰਘੂ ਟਿੱਕਰੀ ਬਾਰਡਰ ਦੇ ਉੱਤੇ ਫੈਸਲੇ ਕਰ ਲੈਣੇ ਚਾਹੀਦੇ ਆ ਕਿ ਅਸੀਂ ਜਦੋਂ ਪਿੰਡਾਂ ਨੂੰ ਵਾਪਸ ਜਾਵਾਂਗੇ, ਸਾਡੇ 'ਚ ਕੋਈ ਜਾਤ ਨਹੀਂ, ਸਾਡਾ ਕੋਈ ਉੱਥੇ ਧਰਮ ਦਾ ਬੇਸ ਨਹੀਂ ਹੋਊਗਾ, ਅਸੀਂ ਸਾਰੇ ਪੇਂਡੂ, ਅਸੀਂ ਸਾਰੇ ਕਾਮੇ, ਅਸੀਂ ਸਾਰੇ ਪੰਜਾਬੀ, ਇੱਥੇ ਸਾਰਿਆਂ ਨੂੰ ਗੱਲ ਹੈਗੀ ਹੈ, ਉਹ ਸਾਰਿਆਂ ਨੂੰ ਕਲਾਵੇ 'ਚ ਲੈ ਕੇ ਇੱਕ ਨਵੀਂ ਕਿਸਮ ਦਾ ਮਾਡਲ ਦੁਨੀਆ ਨੂੰ ਵੀ ਦੇਣਾ ਚਾਹੀਦਾ ਕਿ ਕਮਿਊਨਿਟੇਰੀਅਨ ਲਾਈਫ ਜਿਹੜੀ ਆ, ਸਾਡੀ ਇਕੱਠੀ ਵਾਲੀ ਲਾਈਫ, ਸਾਡੀ ਭਰਾਤਰੀ ਦੀ, ਸਾਡੀ ਪੁਰਾਣੀ ਜਿਹੜੀ ਸੱਭਿਅਤਾ ਦੀ ਜਿਹੜੀ ਸਾਡੀ ਹੋਂਦ ਆ, ਉਹ ਇੱਕ ਅਲੱਗ ਵੈਸਟ ਦੇ ਨਾਲੋਂ ਕਿਵੇਂ ਆ। ਅਸੀਂ ਬਹੁਤ ਵੱਡਾ ਇੱਕ ਨਵਾਂ ਮਾਡਲ ਦੇ ਸਕਦੇ ਹਾਂ। ਜਿਵੇਂ ਕਿ ਹੁਣ ਕਿਸਾਨਾਂ ਨੇ ਇੱਕ ਨਵੀਂ ਤਰੀਕੇ ਦੀ ਲਹਿਰ ਛੇੜ ਕੇ ਇੱਕ ਨਵੇਂ ਕਿਸਮ ਦਾ ਉੱਥੇ ਜਿਹਨੂੰ ਬੇਗਮਪੁਰਾ ਸ਼ਹਿਰ ਵਸਾ ਕੇ ਸਾਰੀ ਦੁਨੀਆ ਨੂੰ ਇੱਕ ਨਵਾਂ ਮੈਸੇਜ ਦਿੱਤਾ। ਅਸੀਂ ਆਪਣੀਆਂ ਲੋਕਲ ਬਾਡੀਜ਼ ਦੀਆਂ, ਭਾਵੇਂ ਪੰਚਾਇਤਾਂ ਹੋਣ ਜਾਂ ਇਹ ਸਾਰਾ ਕੁਝ ਹੋਵੇ, ਅਸੀਂ ਉਸ ਦਾ ਵੀ ਇੱਕ ਨਵਾਂ ਮਾਡਲ ਇਲੈਕਸ਼ਨ ਦਾ, ਲੋਕਾਂ ਨੂੰ ਰਾਜ ਕਰਨ ਦਾ ਅਸੀਂ ਦੇ ਸਕਦੇ। ਹਾਂਜੀ ਸੁਖਵਿੰਦਰ। ਮੈਂ ਇਸ ਕਰਕੇ ਸਵਾਲ ਨਹੀਂ ਕੀਤਾ, ਦਰਸ਼ਕ ਸੋਚਦੇ ਹੋਣੇ ਕਿ ਕਾਰਨ ਕੀ ਹੈ ਕਿ ਪ੍ਰੋਫੈਸਰ ਸਾਹਿਬ ਬੋਲ ਰਹੇ ਨੇ ਤੇ ਸਵਾਲ ਨਹੀਂ। ਸਵਾਲ ਇਸ ਕਰਕੇ ਨਹੀਂ ਕਿਉਂਕਿ ਗੱਲਾਂ ਬੜੀਆਂ ਅਹਿਮ ਨੇ। ਪ੍ਰੋਫੈਸਰ ਸਾਹਿਬ ਨੇ ਜੋ ਕੁਝ ਕਿਹਾ ਉਹ ਤੋਂ ਪਤਾ ਲੱਗਦਾ ਹੈ ਕਿ ਦੇਸ਼ ਪ੍ਰਤੀ ਜਾਂ ਪੰਜਾਬ ਪ੍ਰਤੀ ਕਿੰਨਾ ਕੁ ਦਰਦ ਜਿਹੜਾ ਅਸੀਂ ਸਾਰੇ ਆਪੋ ਆਪਣੇ ਮਨਾਂ 'ਚ ਰੱਖੀ ਬੈਠੇ ਹਾਂ, ਪਰ ਲੋਕ ਆਪਣੀ ਤਾਕਤ ਨੂੰ, ਆਪਣੀ ਸ਼ਕਤੀ ਨੂੰ ਪਹਿਚਾਨਣ ਜ਼ਰੂਰ। ਮੈਂ ਨਹੀਂ ਚਾਹੁੰਦਾ ਸੀ ਕਿ ਕੋਈ ਹੋਰ ਦੂਸਰਾ ਸਵਾਲ ਹੋਵੇ ਇਸ ਮੁੱਦੇ ਤੋਂ, ਕਿਉਂਕਿ ਜਿਸ ਉੱਤੇ ਇਹਨਾਂ ਨੇ ਗੱਲ ਕੀਤੀ ਹੈ। ਪ੍ਰੋਫੈਸਰ ਸਾਹਿਬ, ਹੁਣ ਮੈਂ ਆਖਰੀ ਖਬਰ ਇੱਕੋ ਹੀ ਲਵਾਂਗਾ, ਕੋਈ ਜ਼ਿਆਦਾ ਨਹੀਂ ਗੱਲ ਕਰਾਂਗਾ। ਜੋ ਕੁਝ ਮਦਰਾਸ ਹਾਈ ਕੋਰਟ ਨੇ ਕਿਹਾ, ਚੋਣ ਕਮਿਸ਼ਨ ਨੂੰ ਫਟਕਾਰ ਪਈ, ਉਹ ਪਹੁੰਚ ਗਏ ਸੁਪਰੀਮ ਕੋਰਟ। ਅੱਗੋਂ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ ਸੰਵਾਦ ਨੂੰ ਅਸੀਂ ਰੋਕ ਨਹੀਂ ਸਕਦੇ, ਸੰਵਾਦ ਜਿਹੜਾ ਹੋਏਗਾ ਜ਼ਰੂਰੀ ਹੈ, ਤੁਹਾਨੂੰ ਸੁਣਨਾ ਪੈਣਾ। ਪਰ ਇਹਨੂੰ ਸਾਰਿਆਂ ਨੂੰ ਕਿੱਦਾਂ ਦੇਖਦੇ ਹੋ ਕਿ ਅੱਜ ਫਟਕਾਰ ਚਾਰੋਂ ਪਾਸੋਂ ਪੈ ਰਹੀਆਂ ਚੋਣ ਕਮਿਸ਼ਨ ਨੂੰ?
ਮੈਨੂੰ ਜਦ ਪਹਿਲੀ ਵਾਰੀ ਮਾੜਾ ਜਿਹਾ ਜਿਹੜੀ ਇੱਜ਼ਤ ਆ ਜੁਡੀਸ਼ਰੀ ਦੀ ਲੱਗੀ ਹੈ, ਔਰ ਖਾਸ ਕਰ ਇਲਾਹਾਬਾਦ ਹਾਈ ਕੋਰਟ ਬਹੁਤ ਚੰਗੇ ਫੈਸਲੇ ਦੇ ਰਹੀ ਹੈ, ਤੇ ਮਦਰਾਸ ਹਾਈ ਕੋਰਟ ਨੇ ਵੀ ਆਪਣਾ ਉਹ ਕੰਮ ਜਿਹੜਾ ਫੈਸਲਾ ਦੇ ਕੇ ਕੀਤਾ, ਤੇ ਸੁਪਰੀਮ ਕੋਰਟ ਨੇ ਵੀ ਇੱਜ਼ਤ ਰੱਖ ਲਈ। ਜਿਹੜੇ ਹੁਣ ਜਿਹੜਾ ਬੈਂਚ ਆ ਜੱਜਾਂ ਦਾ, ਉਹ ਮੈਨੂੰ ਲੱਗਦਾ ਕਿ ਚਲੋ ਕੁਛ ਤੇ ਉਹਨਾਂ ਨੇ ਉਸ ਸਹੁੰ ਨੂੰ ਜਿਹੜੀ ਚੁੱਕ ਕੇ ਜੱਜ ਸਾਹਿਬਾਨ ਲੱਗਦੇ ਆ ਉਹਦੀ ਇੱਜ਼ਤ ਰੱਖੀ ਹੈ। ਲੋਕਾਂ ਦੀ ਇਹੀ ਰਾਹਤ ਆ। ਜੇ ਆਪਾਂ ਸਾਰੇ ਹੀ ਵਿਕਾਊ ਮਾਲ ਹੋ ਜਾਾਂਗੇ ਭੇਡਾਂ ਨੂੰ, ਤਾਂ ਫਿਰ ਲੋਕ ਕਿੱਥੇ ਗਹਾਰ ਲਾਉਣਗੇ। ਔਰ ਜਿਸ ਤਰੀਕੇ ਨਾਲ ਫਟਕਾਰ ਸੁਪਰੀਮ ਕੋਰਟ ਚੋਂ ਪੈ ਗਈ ਹੈ ਕਿ ਤੁਸੀਂ ਕਹਿੰਦੇ ਆ ਕਿ ਜਿਹੜੀਆਂ ਓਰਲ ਜੱਜਮੈਂਟਾਂ ਹੈਗੀਆਂ ਉਸ ਨੂੰ ਮੀਡੀਆ ਕਵਰ ਨਾ ਕਰੇ। ਕਿਉਂ ਬਈ, ਕਿਉਂ ਨਾ ਕਵਰ ਕਰੇ? ਮੀਡੀਆ ਤੁਹਾਡਾ ਸਾਰਾ ਗੋਦੀ ਮੀਡੀਆ ਬਣ ਜਾਏ, ਜੋ ਤੁਸੀਂ ਕਹੋ ਤੁਹਾਡੇ ਢੰਡੋਰ ਚ ਹੀ ਬਣ ਜਾਏ, ਇਹ ਨਹੀਂ ਹੋਊਗਾ। ਸੁਪਰੀਮ ਕੋਰਟ ਨੇ ਇਹ ਵੀ ਫਟਕਾਰ ਲਾਤੀ, ਔਰ ਜੋ ਉਹਨਾਂ ਨੇ ਕਮੈਂਟ ਪਾਏ ਆ ਉਹਨਾਂ ਨੇ ਕਿਹਾ ਨਥਿੰਗ ਡੂਇੰਗ। ਇਸ ਲਈ ਹੁਣ ਇਹ ਜਾਣਗੇ ਕਿੱਥੇ ਜਾਣਗੇ? ਹੁਣ ਯੂਨਾਈਟਿਡ ਨੇਸ਼ਨ 'ਚ ਚਲੇ ਜਾਣ ਜਾਂ ਵਰਲਡ ਕੋਰਟ ਦੇ ਵਿੱਚ ਚਲੇ ਜਾਣ, ਕਿਉਂਕਿ ਸੁਪਰੀਮ ਕੋਰਟ ਤੇ ਚਲੇ ਗਈ ਆ। ਫਿਰ ਨਾਲੇ ਪਤਾ ਲੱਗ ਜੂਗਾ ਕਿ ਵੋਕਲ ਫਾਰ ਲੋਕਲ ਜਾਂ ਸਵਦੇਸ਼ੀ ਦਾ ਸਾਰਾ ਤਾਂ ਦੇਸ਼ ਭਗਤੀ ਵੀ ਸਾਰੀ ਆ ਜੂਗੀ। ਉੱਥੇ ਨਹੀਂ ਜਾਣਗੇ ਕਿਉਂਕਿ ਸ਼ਰਮਿੰਦਗੀ ਬਹੁਤ ਆ। ਇਸ ਲਈ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਵੀ ਸਾਡੇ ਇੰਸਟੀਟਿਊਸ਼ਨ ਆ, ਤੁਹਾਨੂੰ ਮੋਦੀ ਦੀ ਚਮਚੀ ਮਾਰ ਲਈ ਨਹੀਂ ਉੱਥੇ ਬਿਠਾਇਆ, ਜਾਂ ਕਿਸੇ ਵੀ ਸਰਕਾਰ ਦੀ, ਭਾਵੇਂ ਕਿਸੇ ਦੀ ਵੀ ਹੋਵੇ, ਭਾਵੇਂ ਕਾਂਗਰਸ ਦੀ ਹੋਵੇ ਜਾਂ ਹੋਰ ਦੀ ਹੋਵੇ, ਉਹਨਾਂ ਸਾਹਮਣੇ ਪੂਛ ਹਿਲਾ ਕੇ ਨਿੱਜੀ ਲਾਹਾ ਲੈਣੇ, ਆਪਣੀਆਂ ਗਾਂ ਬੱਚਿਆਂ ਨੂੰ ਤੇ ਹੋਰਨਾਂ ਰਿਸ਼ਤੇਦਾਰਾਂ ਨੂੰ ਵੱਡੀਆਂ ਵੱਡੀਆਂ ਪੋਸਟਾਂ ਦੇਣੀਆਂ ਤੇ ਕੋਠੀਆਂ ਬਣਾਉਣੀਆਂ। ਇਸ ਕੰਮ ਲਈ ਤੁਹਾਨੂੰ ਇੱਥੇ ਬਿਠਾਇਆ ਇਹਨੇ ਨੇ ਜ਼ਿੰਮੇਵਾਰ ਅਹੁਦਿਆਂ ਦੇ ਉੱਤੇ। ਇਹ ਮੈਨੂੰ ਲੱਗਦਾ ਕਿ ਜਿਹੜੇ ਵੀ ਬੰਦੇ ਇਹੋ ਜਿਹੀਆਂ ਕਤਾਈਆਂ ਕਰਦੇ ਆ, ਕੋਰਟ ਨੂੰ ਹੁਣ ਅਗਲਾ ਆਰਡਰ ਪਾਸ ਕਰਨਾ ਚਾਹੀਦਾ ਇਹਨਾਂ ਦੀ ਗੱਲ ਸੁਣ ਕੇ, ਕਿ ਇਹ ਜਿਸ ਤਰ੍ਹਾਂ ਮਦਰਾਸ ਹਾਈ ਕੋਰਟ ਨੇ ਸ਼ੁਰੂ ਕਰਤਾ, ਸੁਪਰੀਮ ਕੋਰਟ ਨੂੰ ਕੱਲਾ ਉਸ ਡਿਸੀਜਨ ਨੂੰ ਅਪਹੋਲਡ ਜਾਂ ਉਸ ਦੇ ਹੱਕ ਦੇ ਵਿੱਚ ਸਟ੍ਰਿਕਚਰ ਹੀ ਨਹੀਂ ਦੇਣੇ ਚਾਹੀਦੇ, ਕੱਲੇ ਉਹਨਾਂ ਨੂੰ ਰਾਦਰੇ ਕਰਨਾ ਚਾਹੀਦਾ ਆ ਕਿ ਆਪਣੀ ਵੱਲੋਂ ਹੋਰ ਐਡ ਕਰਕੇ ਇਹ ਕਹਿਣਾ ਚਾਹੀਦਾ ਕਿ ਇਹਨਾਂ ਦੇ ਉੱਤੇ ਕੇਸ ਵਾਕਿਆ ਹੀ ਉਹ ਚੱਲਣੇ ਚਾਹੀਦੇ, ਉੱਤੇ ਮੋਹਰ ਲਾ ਦੇਣੀ ਚਾਹੀਦੀ ਆ। ਕਿਉਂਕਿ ਜੇ ਸੁਪਰੀਮ ਕੋਰਟ ਮੋਹਰ ਲਾਊਗੀ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਜਿਹੜੀ ਟਿਬਰੀ ਟੈਟ ਤਾਂ ਹੀ ਹੋਣੀ ਆ, ਔਰ ਤਾਂ ਕਿ ਇੱਕ ਕਾਂ ਜਦੋਂ ਟੰਗਿਆ ਹੋਊਗਾ ਬਾਕੀ ਸਾਰਿਆਂ ਨੂੰ ਹੋ ਜੂਗਾ ਕਿ ਅਜੇ ਵੀ ਇਸ ਦੇਸ਼ ਦੇ ਵਿੱਚ ਕੁਝ ਕੁ ਲੋਕ ਬਚੇ ਆ, ਜੇ ਇੰਸਟੀਟਿਊਸ਼ਨ ਬਹੁਤੇ ਨਹੀਂ ਬਚੇ, ਕਿ ਜਿਹੜੇ ਕਾਨੂੰਨ ਨੂੰ ਪਿਆਰ ਕਰਦੇ ਆ, ਕਾਨੂੰਨ ਦਾ ਰਾਜ ਚਾਹੁੰਦੇ ਆ, ਔਰ ਲੋਕ ਹਿੱਤ ਤੇ ਇਨਸਾਫ ਲਈ ਅਜੇ ਵੀ ਉਹ ਵਜ਼ੇਦ ਆ, ਉਹਦੇ ਨਾਲ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਆ। ਇਹੋ ਜਿਹੇ ਅਜੇ ਵੀ ਲੋਕ ਬਚੇ ਆ। ਇਸ ਗੱਲ ਲਈ ਮੇਰਾ ਖਿਆਲ ਇਹ ਮੈਸੇਜ ਜਿਹੜਾ ਬੜਾ ਸਾਫ਼ ਜਾਣਾ ਚਾਹੀਦਾ। ਜੇ CJI ਵਾਰੀ ਸੁਖਵਿੰਦਰ ਮੈਂ ਸਾਫ਼ ਕਹਿਣਾ ਆ, ਜਿਵੇਂ ਰੰਜਨ ਗਗੋਈ ਛੇਮ ਹੋਈ ਸੀ ਉੱਥੇ ਜਾਣ ਲਈ, ਇਟਸ ਨਾਟ ਅਨਫ। ਉੱਥੇ ਉਹਦਾ ਰਿਜ਼ਾਈਨ ਕਰਾਉਣਾ ਚਾਹੀਦਾ ਸੀਗਾ, ਉਹਨੂੰ ਬਾਹਰ ਸੁੱਟਣਾ ਚਾਹੀਦਾ ਸੀ ਰਾਜ ਸਭਾ ਤੋਂ। ਵਿਰੋਧੀ ਪਾਰਟੀ ਨੂੰ ਕਹਿਣਾ ਚਾਹੀਦਾ ਸੀਗਾ ਕਿ ਅਸੀਂ ਉਹਨਾਂ ਚਿਰ ਰਾਜ ਸਭਾ ਦੀ ਕੋਈ ਕਾਰਵਾਈ ਅਟੈਂਡ ਨਹੀਂ ਕਰਾਂਗੇ ਜਦ ਤੱਕ ਰੰਜਨ ਗਗੋਈ ਨੂੰ ਬਾਹਰ ਨਹੀਂ ਕਰਦੇ। ਘੱਟੋ ਘੱਟ 5 ਸਾਲ ਕਰੋ, ਬਾਅਦ ਚ 5 ਸਾਲ ਦੇ ਬਾਅਦ ਦੇਖਾਂਗੇ। ਇਹਨਾਂ ਨੇ ਕੀਤਾ ਨਹੀਂ, ਛੇਮ ਕਰਕੇ ਉੱਪਰੋਂ ਜਿਸ ਤਰ੍ਹਾਂ ਗੋਂਗਲੂਆਂ ਤੋਂ ਮਿੱਟੀ ਝਾੜੀ ਦੀ ਆ ਕਰਕੇ ਉਹਦੇ ਨਾਲ ਨਹੀਂ ਹੁੰਦਾ। ਇਹ ਬੜੇ ਢੀਠ ਥਿਕ ਸਕਿੰਡ ਲੋਕ ਆ। ਇਹਨਾਂ ਤੇ ਜਦ ਤੱਕ ਤੁਸੀਂ ਜ਼ਬਰਦਸਤ ਕੋਈ ਹਮਲਾ ਨਹੀਂ ਕਰੋਗੇ ਉਦੋਂ ਤੱਕ ਇਹ ਜਿਹੜੇ ਆ ਇਹ ਆਪਣੇ ਸੂਤਰ ਆਉਣ ਵਾਲੇ ਨਹੀਂ। ਆ ਪੰਜਾਬ ਦੇ ਵਿੱਚ ਵੀ ਤੁਹਾਡੇ ਵੀ ਮੈਂ ਚੈਨਲ ਤੋਂ ਹੋਰਨਾਂ ਚੈਨਲਾਂ ਤੋਂ ਆ PK ਨੂੰ ਜਿਵੇਂ ਜਾ ਕੇ ਮਿਨਿਸਟਰੀਅਲ ਕੈਬਨਿਟ ਮਿਨਿਸਟਰ ਦੇ ਬਰਾਬਰ ਦਾ ਰੈਂਕ ਦੇ ਕੇ ਸਰਕਾਰ 'ਚ ਬਿਠਾ ਲਿਆ। ਕਾਹਦੇ ਲਈ ਬਿਠਾਇਆ ਬਈ? ਬਿਲਕੁਲ ਸਰਕਾਰ ਉਹਨੇ ਚਲਾਉਣੀ ਆ। ਤੁਹਾਡੇ ਕੋਲ ਨਹੀਂ ਚੱਲਦੀ, ਰਿਜ਼ਾਈਨ ਦਿਓ ਪਹਿਲਾਂ, ਫਿਰ PK ਨੂੰ ਚੀਫ ਮਿਨਿਸਟਰ ਲਾ ਦਿਓ, ਸਾਨੂੰ ਕੋਈ ਆਬਜੈਕਸ਼ਨ ਨਹੀਂ ਹੈ। ਆਪਣਾ ਕੈਪਟਨ ਛੱਡੇ, ਤੁਸੀਂ ਕੰਮ ਕੋਈ ਕਰਨਾ ਨਹੀਂ, ਪਾਰਟੀ ਦੇ ਕੈਡਰ ਨੂੰ ਬਾਹਰ ਰੱਖਤਾ, ਆਪਣੀ ਪ੍ਰੋਗਰਾਮਾਂ ਨੂੰ ਬਾਹਰ ਰੱਖਤਾ। ਇਹ ਜਿਹੜੇ ਕੰਮ ਚੱਲ ਪਏ ਆ ਨਾ ਸਾਡੇ ਦੇਸ਼ ਦੇ ਅੰਦਰ ਕਿ ਚੋਣਾਂ ਠੇਕੇ ਤੇ ਕਰਵਾ ਲਓ, ਠੇਕੇ ਦੀ ਚੋਣ ਹੋ ਗਈ, ਉਹਦੇ ਬਾਅਦ ਜਿੱਤ ਲਈ, ਮਗਰੋਂ ਮੌਜਾਂ ਕਰੋ, ਅਗਲੇ ਸਾਲ ਠੇਕਾ ਫੇਰ ਦੇ ਦਿਓ, ਤੇ ਪਾਰਟੀ ਵੀ ਬਾਹਰ, ਤੇ ਲੋਕ ਵੀ ਬਾਹਰ, ਤੇ ਪ੍ਰੋਗਰਾਮ ਵੀ ਬਾਹਰ, ਤੇ ਵਾਅਦੇ ਵੀ ਬਾਹਰ, ਕਿਉਂਕਿ ਇਲੈਕਸ਼ਨ ਤੇ ਜਿੱਤ ਹੀ ਲੈਣੀ ਆ, ਕਿਉਂਕਿ ਤੁਸੀਂ ਠੇਕਾ ਵੱਡੀ ਕੰਪਨੀ ਨੂੰ ਦੇ ਦਿੱਤਾ। ਇਹ ਕੰਮ ਜਦ ਤੱਕ ਅਸੀਂ ਨਹੀਂ ਸੁਧਾਰ ਲਿਆਉਂਦੇ, ਮੈਂ ਪਿੰਡ ਤੋਂ ਲੈ ਕੇ ਦੱਸ ਰਿਹਾ, ਆ ਜਿਹੜੀਆਂ ਕਾਮਿਆਂ ਇੰਸਟੀਟਿਊਸ਼ਨਲ ਜ਼ਿੰਮੇਵਾਰੀਆਂ ਜੇ ਅਸੀਂ ਸਾਰੇ ਚਤਰਫਾ ਤੌਰ ਤੇ ਅੱਗੇ ਆਪ ਨਹੀਂ ਆਉਂਦੇ, ਕੱਲਾ ਬੰਦਾ, ਮੀਡੀਆ ਵੀ, ਹੋਰ ਵੀ ਸਾਰੇ ਨਹੀਂ ਆਉਂਦੇ, ਤਾਂ ਇਹ ਦੇਸ਼ ਨੂੰ ਬਚਾਉਣਾ ਤੇ ਇਕੱਠੇ ਰੱਖਣਾ ਬਹੁਤ ਔਖਾ ਹੋ ਜਾਊਗਾ, ਤੇ ਆਲਰੇਡੀ ਹੋ ਗਿਆ। ਆ ਕੱਲਾ ਕਰੋਨਾ ਨਹੀਂ, ਇਹ ਕਰੋਨਾ ਕਿਤੇ ਬੰਦ ਹੋ ਜਾਣਾ ਕੱਲ ਦੇ ਬਾਰੇ? ਮੈਂ ਇਹ ਕਹਿਣਾ ਕਿ ਇਹ ਕਰੋਨਾ ਨੇ ਇੱਥੇ ਰਹਿਣਾ। ਇਹਦੇ ਤੋਂ ਵੱਡਾ ਵੀ ਭਿਆਨਕ ਕਰੋਨਾ ਹੋਰ ਆ ਸਕਦਾ। ਤੁਹਾਡੇ ਅੱਲੇ ਪੱਲੇ ਕੀ ਹੈ? ਤੁਸੀਂ 30 ਦਿਨ ਲਾਕਡਾਊਨ ਕਰ ਦਿੰਦੇ ਆ, ਕਦੀ ਆਹ ਬੰਦ ਕਰਤਾ, ਉਹ ਬੰਦ ਕਰਤਾ, ਹੁਣ ਇੱਥੇ ਫਿਰ ਚਰਚਾ ਚੱਲ ਰਹੀ ਹੈ। ਉਧਰੋਂ ਵਪਾਰੀ ਤੇ ਲੋਕ ਜਿਹੜੇ ਭੁੱਖੇ ਮਰਦੇ, ਉਹ ਕਹਿੰਦੇ ਅਸੀਂ ਲਾਕਡਾਊਨ ਐਤਕੀ ਕਰਕੇ ਦੱਸਣ, ਅਸੀਂ ਸ਼ਹੀਦੀਆਂ ਪਾ ਜਾਾਂਗੇ, ਅਸੀਂ ਨਹੀਂ ਬਿਜ਼ਨਸ ਬੰਦ ਕਰਨੇ। ਰਾਜਨੀਤਿਕ ਲੋਕਾਂ ਨੇ ਇੱਕ ਤਰੀਕਾ ਹੀ ਬਣਾ ਲਿਆ ਕਿ ਲੋਕਾਂ ਨੂੰ ਅੰਦਰ ਧੱਕ ਦਿਓ, ਕਿਉਂਕਿ ਤੁਸੀਂ ਆਪਣਾ ਕੰਮ ਕੀਤਾ ਨਹੀਂ, ਡਾਕਟਰ ਰੱਖੇ ਨਹੀਂ,
ਪੈਸਾ ਕਦੀ ਖਰਚਿਆ ਨਹੀਂ, ਮਸ਼ੀਨਾਂ ਕਦੀ ਖੋਲੀਆਂ ਨਹੀਂ ਹਸਪਤਾਲਾਂ 'ਚ ਪਈਆਂ ਕਿਉਂਕਿ ਕੋਈ ਟੈਕਨੀਸ਼ੀਅਨ ਭਰਤੀ ਨਹੀਂ ਕੀਤਾ। ਹੁਣ ਤੁਸੀਂ ਲੋਕਾਂ ਨੂੰ ਸਜ਼ਾ ਦਿੰਦੇ ਹੋ ਉਲਟਾ। ਇਸ ਲਈ ਸਾਡਾ ਢਾਂਚਾ ਸੁਖਵਿੰਦਰ ਬਹੁਤ ਵਿਗੜ ਚੁੱਕਾ ਆ। ਇਸ ਨੂੰ ਸੁਧਾਰਨ ਲਈ ਹੁਣ ਤੇ ਤਰੀਕਾ ਤੇ ਇਹੀ ਹੈ ਕਿ ਲੋਕ ਆਪ ਕੱਲੀਆਂ ਗੱਲਾਂ ਨਾ ਕਰਨ, ਆਪ ਹਿੰਮਤ ਕਰਕੇ ਟਾਈਮ ਕੱਢਣ। ਅੱਗੇ ਨੂੰ ਕੱਢਣ ਲੱਗ ਪਏ ਆ ਚੰਡੀਗੜ੍ਹ ਦੇ ਸਾਰੇ ਚੌਂਕਾਂ 'ਚ ਅੱਜ ਵੀ ਇੰਨੇ ਮਹੀਨਿਆਂ ਤੋਂ ਰੋਜ਼ ਬੱਚੇ ਨੌਜਵਾਨ ਜਿਹੜੇ ਆ ਉਹ ਝੰਡੇ ਲੈ ਕੇ ਤੇ ਕਿਸਾਨਾਂ ਦੇ ਹੱਕ 'ਚ ਨਾਅਰੇ ਮਾਰਦੇ ਖੜੇ ਹੁੰਦੇ ਆ। ਇਹਦਾ ਮਤਲਬ ਹੈ ਕਿ ਦੇਸ਼ ਦੇ ਅੰਦਰ ਬਹੁਤ ਵੱਡੀ ਜਾਗਰਤੀ ਆਈ ਹੈ, ਪਰ ਅਜੇ ਵੀ ਸਾਨੂੰ ਇਹ ਸ਼ੁਰੂਆਤ ਆ, ਵੱਡਾ ਹੱਲਾ ਮਾਰਨ ਦੀ ਲੋੜ ਹੈ। ਹਾਂਜੀ ਸੁਖਵਿੰਦਰ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਸਾਨੂੰ ਸਮਾਂ ਦੇਣ ਲਈ। ਬਹੁਤ ਬਹੁਤ ਸ਼ੁਕਰੀਆ ਜੀ ਸੁਖਵਿੰਦਰ, ਤੁਹਾਡਾ, ਤੁਹਾਡੀ ਟੀਮ ਦਾ, ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਤੁਸੀਂ ਮੈਨੂੰ ਇਜਾਜ਼ਤ ਦਿਓ, ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਕਿਉਂਕਿ ਸਾਨੂੰ ਤੁਹਾਨੂੰ ਇਹ ਸੋਚਣ ਦੀ ਲੋੜ ਹੈ ਕਿ ਸੰਵਿਧਾਨ ਨੂੰ, ਲੋਕਤੰਤਰ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ। ਮੈਨੂੰ ਇਜਾਜ਼ਤ ਦਿਓ, ਧੰਨਵਾਦ।